ਪੂਰੈ ਗੁਰ ਕਿਰਪਾ ਧਾਰੀ, ਤਾਂ ਗਤ ਭਈ ਹਮਾਰੀ। ਹਰ ਕੀ ਪ੍ਰੇਮ ਭਗਤ ਮਨ ਲੀਨਾ, ਨਿਤ ਬਾਜੇ ਅਨਹਦ ਬੀਨਾ। ਰਹਾਉ ਹਰ ਚਰਨ ਕੀ ਓਟ ਸਤਾਣੀ, ਸਭ ਚੁਕੀ ਕਾਣ ਲੁਕਾਣੀ। ਜਗ ਜੀਵਨ ਦਾਤਾ ਪਾਇਆ, ਹਰ ਰਸ ਕਰ ਰਸਕ ਗੁਣ ਗਾਇਆ। ਪ੍ਰਭ ਕਾਟਿਆ ਜਮ ਕਾ ਫਾਸਾ, ਮਨ ਪੂਰਨ ਹੋਈ ਆਸਾ। ਜੈ ਭਿਖਾਂ ਤੈ ਸੋਈ, ਹਰ ਪ੍ਰਭ ਬਿਨ ਅਵਰ ਨ ਕੋਈ। ਕਰ ਕਿਰਪਾ ਪ੍ਰਭ ਰਾਖੇ, ਸਭ ਜਨਮ ਜਨਮ ਦੁਖ ਲਾਥੇ। ਨਿਰਭਉ ਨਾਮ ਧਿਆਇਆ, ਅਟਲ ਸੁਖ ਨਾਨਕ ਪਾਇਆ। ਨਿਰਭਉ ਨਾਮ ਧਿਆਇਆ, ਅਟਲ ਸੁਖ ਨਾਨਕ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ। ਸਤਿਗੁਰੂ ਦੀਨ ਦਿਆਲ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੜੀ ਮਿਹਰ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਆਪਣੇ ਪਤਿਤ ਪਾਵਨ ਦਰਸ਼ਨ ਦੀਦਾਰ ਬਖਸ਼ਿਸ਼ ਕਰਕੇ ਨਿਹਾਲ ਕੀਤਾ ਹੈ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ, ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਨੇ। ਉਪਰੰਤ ਚੱਲ ਰਹੀ ਲੜੀਵਾਰ ਕਥਾ ਜੋ ਹਰ ਰੋਜ਼ ਗੁਰੂ ਚਰਨਾਂ 'ਚ ਬੈਠ ਕੇ ਸਰਵਣ ਕਰਦੇ ਹਾਂ, ਮਹਾਰਾਜ ਨੇ ਇਹ ਸਮਾਂ ਬਖਸ਼ਿਆ ਜੀ। ਇਹ ਪਾਵਨ ਸ਼ਬਦ ਸੋਰਠ ਰਾਗਣੀ ਵਿੱਚ ਹੈ। ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 622 ਤੇ ਸੁਸ਼ੋਭਿਤ ਹੈ ਜੀ। ਸੁਖ ਸਹਿਜ ਆਨੰਦਾ, ਪ੍ਰਭ ਮਿਲਿਓ ਮਨ ਪਾਵੰਦਾ। ਮਨ ਨੂੰ ਚਾਹੀਦਾ ਕੀ ਹੈ? ਸੋ ਜਦੋਂ ਆਪਾਂ ਆਪਣੀ ਵੱਲ ਨਿਗਾਹ ਮਾਰਦੇ ਜਾਂ ਸੰਸਾਰ ਵੱਲ ਵੇਖਦੇ ਹਾਂ, ਸਾਰਿਆਂ ਵੱਲ, ਸੋ ਡਿਮਾਂਡ ਇੱਕੋ ਹੀ ਆ ਵੀ ਹਾਂ ਬਹੁਤੀ ਮਾਇਆ, ਬਹੁਤੇ ਸੁੱਖ, ਮਾਣ, ਇੱਜ਼ਤ, ਚੰਗਾ ਮਕਾਨ। ਕਹਿੰਦੇ ਮਨ ਨੂੰ ਚਾਹੀਦਾ। ਆਪਾਂ ਕਹਿੰਦੇ ਵੀ ਮੇਰਾ ਮਨ ਨਹੀਂ ਮੰਨਦਾ, ਮੈਨੂੰ ਮਨ। ਪਰ ਜਦੋਂ ਆਪਾਂ ਗੁਰੂ ਤੋਂ ਪੁੱਛਦੇ ਤਾਂ ਸਤਿਗੁਰੂ ਜੀ ਤਾਂ ਹੋਰ ਹੀ ਦੱਸਦੇ ਨੇ। ਜਿਹੜੀਆਂ ਚੀਜ਼ਾਂ ਪਿੱਛੇ ਅਸੀਂ ਭੱਜਦੇ ਹਾਂ, ਇਹ ਮਨ ਨੂੰ ਹੀ ਚਾਹੀਦੀਆਂ। ਅਗਰ ਮਨ ਨੂੰ ਇਹ ਚਾਹੀਦੀਆਂ ਹੁੰਦੀਆਂ ਤਾਂ ਮਨ ਇੱਕ ਚੀਜ਼ ਪ੍ਰਾਪਤ ਕਰਕੇ ਚੁੱਪ ਕਰਕੇ ਬਹਿ ਜਾਂਦਾ, ਬੈਠਾ ਤਾਂ ਹੈ ਹੀ ਨਹੀਂ। ਜੋ ਜੋ ਵੀ ਮੰਗਦਾ ਪਿਆ, ਇਸ ਨੂੰ ਦੇਰ ਸਵੇਰ ਮਿਲਦਾ ਪਿਆ। ਸਿੱਧੇ ਅਸਿੱਧੇ ਤੌਰ 'ਤੇ ਵੀ ਮਿਲਦਾ ਪਿਆ। ਕਦੀ ਸਿੱਧਾ ਮਿਲ ਜਾ, ਕਦੀ ਵਲ ਪਾ ਕੇ ਮਿਲ ਜਾਂਦਾ, ਤਾਂ ਦੇਰੀ ਲੱਗ ਜਾਂਦੀ ਹੈ। ਅਤੇ ਕਿ ਇਹ ਫਿਰ ਵਹਿੰਦਾ ਕਿਉਂ ਨਹੀਂ, ਇਹ ਰੱਜਦਾ ਕਿਉਂ ਨਹੀਂ? ਇਹਦਾ ਮੰਨ ਲਓ ਮਨ ਦੀ ਇਹ ਮੰਗ ਹੀ ਨਹੀਂ ਹੈ। ਭੁਲੇਖਾ ਖਾ ਗਿਆ, ਮਨ ਦੀ ਇਹ ਮੰਗ ਹੀ ਨਹੀਂ ਹੈ। ਹੁਣ ਜੋ ਮਹਾਰਾਜ ਜੀ ਇੱਥੇ ਸਪਸ਼ਟ ਕਰਦੇ ਨੇ ਸਾਹਿਬ ਜੀ, ਹਜ਼ੂਰ ਪਾਤਸ਼ਾਹ ਕਹਿੰਦੇ ਜਿਹੜਾ ਰੱਬ ਆ ਉਹ ਆ ਮਨ ਦਾ ਪਸੰਦੀਦਾ, ਇਹਦਾ ਲੋੜ, ਇਹਦੀ ਚਾਹਤ ਰੱਬ ਆ। ਮਨ ਦੀ ਪਸੰਦ ਰੱਬ ਆ, ਇੰਝ ਕਹਿ ਲਓ। ਮਨ ਭਵੰਦਾ ਅਰਥ ਹੁੰਦਾ ਵੀ ਮਨ ਦੀ ਪਸੰਦ। ਮਨ ਦੀ ਪਸੰਦ ਤਾਂ ਰੱਬ ਆ ਕਹਿੰਦੇ ਮਹਾਰਾਜ। ਕਹਿੰਦੇ ਕਾਰਨ ਕੀ? ਕਿਉਂਕਿ ਮਨ ਉਹਦੀ ਅੰਸ਼ ਹੈ, ਮਨ ਉਹਦਾ ਪੁੱਤਰ ਹੈ, ਉਹਦੀ ਅੰਸ਼ ਹੈ। ਹੁਣ ਜਿੰਨਾ ਚਿਰ ਮਨ ਨੂੰ ਰੱਬ ਨਹੀਂ ਮਿਲਦਾ, ਇਹਨੂੰ ਨਾ ਸੁੱਖ ਮਿਲਣਾ, ਨਾ ਸਹਿਜਤਾ ਵਿੱਚ ਆਉਣਾ, ਨਾ ਇਹਨੂੰ ਆਨੰਦ ਆਉਣਾ। ਉਹ ਜਿਹੜਾ ਆਪਾਂ ਕਹਿੰਦੇ ਬੜਾ ਸੁੱਖ ਆ ਗਿਆ, ਲੈ ਵੀ ਆਨੰਦ ਬਣ ਗਿਆ, ਨਾ ਉਹ ਸੁੱਖ ਹੈ ਨਾ ਉਹ ਆਨੰਦ ਹੈ ਜੀ। ਉਹ ਸੁੱਖ ਆਨੰਦ ਨਹੀਂ ਹੈ ਜਿਹਨੂੰ ਅਸੀਂ ਸੁੱਖ ਆਨੰਦ ਮੰਨ ਕੇ ਬਹਿ ਗਏ। ਅਗਰ ਉਹ ਸੁੱਖ ਆਨੰਦ ਹੋਵੇ
ਮਨ ਟਿਕ ਜਵੇ, ਮਨ ਫੇਰ ਨਹੀਂ ਟਿਕਿਆ ਜੀ। ਇਹਦਾ ਮਤਲਬ ਨਹੀਂ, ਸੁੱਖ ਆਨੰਦ ਨਹੀਂ, ਮਨ ਦਾ ਸੁੱਖ ਆਨੰਦ ਨਹੀਂ ਹੈ। ਮੰਨ ਸਕਦੇ ਸਰੀਰ ਦਾ ਸੁੱਖ ਆਨੰਦ ਹੋ ਸਕਦਾ, ਮਨ ਦਾ ਨਹੀਂ ਹੈ। ਮਨ ਛੱਡ ਦਿੰਦਾ, ਉਸਨੂੰ ਲਿਆ, ਪਰਖਿਆ, ਛੱਡ ਦਿੱਤਾ, ਨਹੀਂ ਮੇਰਾ ਸੁੱਖ ਆਨੰਦ ਨਹੀਂ ਹੈ। ਫਿਰ ਜਦੋਂ ਗੁਰੂ ਦੇ ਸ਼ਬਦ ਦੇ ਨਾਲ ਮਨ ਦਾ ਮੇਲ ਹੁੰਦਾ ਹੈ ਅਤੇ ਸ਼ਬਦ ਤੋਂ ਇਹਨੂੰ ਗਿਆਨ ਮਿਲਦਾ। ਮੇਲ ਤਾਂ ਮੱਤ ਦੁਆਰਾ ਹੀ ਹੁੰਦਾ ਨਾ। ਹੁਣ ਜੇ ਮੱਤ ਜਿਹੜੀ ਆ ਸ਼ਬਦ ਵਾਲੀ ਹੋ ਗਈ, ਜੇ ਸ਼ਬਦ ਦੀ ਸਾਂਝ ਪੈ ਗਈ ਮੱਤ ਦੇ ਨਾਲ, ਫਿਰ ਉਹ ਮੱਤ ਨੂੰ ਪਤਾ ਲੱਗਾ, ਉਹਨੇ ਮਨ ਨੂੰ ਸਮਝਾਈ ਗੱਲ ਵੀ ਆਹ ਗੱਲ ਹੈ। ਫਿਰ ਮਨ ਜਿਹੜਾ ਸੀਗਾ ਬਾਣੀ ਹੁਣ ਪੜ੍ਹਦਾ ਆ, ਬਾਣੀ ਨੂੰ ਸੁਣਦਾ ਆ, ਬਾਣੀ ਨੂੰ ਵਿਚਾਰਦਾ ਆ। ਮਤਲਬ ਵੀ ਹੁਣ ਧਿਆਨ ਲੱਗਦਾ। ਆਪਾਂ ਹੁਣ ਧਿਆਨ ਸ਼ਬਦ ਵਰਤ ਲੈਂਦੇ ਹਾਂ ਜੀ, ਧਿਆਨ ਲੱਗਦਾ। ਜਦੋਂ ਸਮਝ ਪੈ ਗਈ ਹੈ ਨਾ, ਜਦੋਂ ਕਿ ਸ਼ਬਦ ਦੀ ਸਮਝ ਪੈ ਗਈ, ਹੁਣ ਧਿਆਨ ਨਾਲ ਬਾਣੀ ਪੜ੍ਹਦਾ, ਧਿਆਨ ਨਾਲ ਬਾਣੀ ਸੁਣਦਾ। ਜਿਹੜਾ ਆਪਣਾ ਜਪ ਤਪ ਕਰਦਾ, ਪਹਿਲੋਂ ਤਾਂ ਬੜਾ ਕਾਹਲੀ 'ਚ ਕਰ ਜਾਂਦਾ ਸੀ, ਹੁਣ ਕਹਿੰਦਾ ਨਾ ਪਈ ਬੜੀ ਮੁਸ਼ਕਿਲ ਦੇ ਨਾਲ ਟਾਈਮ ਮਿਲਿਆ ਬਾਣੀ ਪੜ੍ਹਨ ਦਾ, ਨਿਤਨੇਮ ਜਿਹੜਾ ਵੀ ਟਾਈਮ ਮਿਲਿਆ ਜਿਹੜਾ ਤਸੱਲੀ ਨਾ ਕਰ ਲਈਏ ਕਹਿਣਾ, ਹੈ ਨਾ। ਰੋਟੀ ਖਾਣ ਦਾ ਟਾਈਮ ਮਸੀਂ ਮਿਲਦਾ, ਰੋਟੀ ਦਾ ਤਸੱਲੀ ਨਾ ਖਾਈਏ, ਬੰਦਾ ਕਹਿੰਦਾ ਹੀ ਹੈ ਵੀ 10-15 ਮਿੰਟ ਰੋਟੀ ਖਾਣ ਲਈ ਤਾਂ ਕੱਢ ਲਈਏ ਤਸੱਲੀ ਨਾਲ। ਫਿਰ ਆਹ ਅਕਲ ਆ ਜਾਂਦੀ ਹੈ ਕਿ ਮਹੀਂ ਤਾਂ ਟਾਈਮ ਮਿਲਿਆ ਬਾਣੀ ਪੜ੍ਹਨ ਨੂੰ, ਵੀ ਤਸੱਲੀ ਨਾਲ ਤਾਂ ਪੜ੍ਹ ਲਈਏ। ਫਿਰ ਉੱਥੇ ਮਿਲਦਾ ਇਸ ਨੂੰ ਕੀ ਸੁੱਖ, ਫਿਰ ਇਹਨੂੰ ਮਿਲਦਾ ਆਨੰਦ, ਫਿਰ ਬਣਦਾ ਇਹਦਾ ਟਿਕਾ, ਫਿਰ ਮਿਲਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹਨੂੰ ਇਹ ਸੁੱਖ ਆਨੰਦ ਟਿਕਾ ਮੰਨਦਾ ਉਹ ਹੈ ਨਹੀਂ। ਕਹਿੰਦੇ ਜਦੋਂ ਬਾਣੀ ਦੀ ਸੋਝੀ ਆਈ ਅਤੇ ਬਾਣੀ ਦੇ ਵਿੱਚੋਂ ਇਸ ਨੂੰ ਮਿਲਿਆ, ਜਦੋਂ ਬਾਣੀ ਦੀ ਵਿਚਾਰ ਕੀਤੀ ਫਿਰ ਮਿਲਿਆ ਇਸ ਨੂੰ। ਕਹਿੰਦੇ ਅੱਗੇ ਕਹਿੰਦੇ ਨੇ ਪੂਰਾ ਗੁਰ ਕਿਰਪਾ ਧਾਰੀ ਤਾਂ ਗਤ ਭਈ ਹਮਾਰੀ। ਇੱਥੇ ਗਤ ਦਾ ਅਰਥ ਹੋਵੇਗਾ ਅਵਸਥਾ। ਸ਼ਬਦ ਇੱਕੋ ਹੀ ਹੁੰਦਾ ਪਰ ਪ੍ਰਕਰਣ ਦੇ ਹਿਸਾਬ ਦੇ ਨਾਲ ਅਰਥ ਜਿਹੜਾ ਚੇਂਜ ਹੋ ਜਾਂਦਾ। ਇੱਥੇ ਅਵਸਥਾ ਹੈ। ਹਜ਼ੂਰ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਪੂਰੇ ਗੁਰਾਂ ਨੇ ਕਿਰਪਾ ਕਰ ਦਿੱਤੀ, ਫਿਰ ਕਿਤੇ ਜਾ ਕੇ ਅਵਸਥਾ ਬਣੀ। ਹੁਣ ਜੇ ਮੈਂ ਕਹਾਂ ਬਈ ਪਤਾ ਲੱਗ ਗਿਆ ਹੁਣ ਵੀ ਆਨੰਦ ਦੇ ਨਾਲ ਬਾਣੀ ਪੜ੍ਹਿਆ ਕਰਨੀ, ਸੁਣਿਆ ਕਰਨੀ, ਨਾ ਤਾਂ ਉਹਦੀ ਕਿਰਪਾ ਤੋਂ ਨਾਲ ਮਨ ਬੈਠ ਕੇ ਬਾਣੀ ਪੜ੍ਹੇਗਾ ਨਾ ਸੁਣੇਗਾ, ਉਹਦੀ ਕਿਰਪਾ ਤੋਂ ਬਿਨਾਂ ਨਹੀਂ ਹੋਵੇਗਾ। ਅਤੇ ਜਦੋਂ ਕਿਰਪਾ ਕਰਦਾ ਹੈ ਬਾਣੀ ਮਨ ਹੁਣ ਪੜ੍ਹਦਾ ਵੀ ਹੈ, ਸੁਣਦਾ ਵੀ ਹੈ, ਵਿਚਾਰਦਾ ਵੀ ਹੈ, ਫਿਰ ਉਹ ਕਿਰਪਾ ਕਰਦਾ ਤਾਂ ਅਵਸਥਾ ਬਣਦੀ ਹੈ। ਨੰਬਰ ਜਿਹਨੂੰ ਕਹਿੰਦੇ ਮਿਲ ਜਾਣੇ, ਕਿਉਂਕਿ ਉਹਨੇ ਪਰਚਾ ਵੀ ਤਾਂ ਪਾਉਣਾ ਹੈ ਨਾ। ਜਦੋਂ ਉਹਨੇ ਅਵਸਥਾ ਬਣਾਉਣੀ ਹੈ ਕੋਈ ਪਰਚਾ ਵੀ ਤਾਂ ਪਾਵੇਗਾ ਹੀ, ਐਵੇਂ ਅਵਸਥਾ ਬਣਾ ਦੂਗਾ। ਫਿਰ ਜਦੋਂ ਪਰਚੇ 'ਚੋਂ ਫੇਲ, ਭਾਵੇਂ ਉਹ ਜਿੰਨਾ ਮਰਜ਼ੀ ਆਨੰਦ ਲੈ ਰਿਹਾ, ਜੇ ਪਰਚੇ 'ਚੋਂ ਫੇਲ ਹੋ ਗਿਆ ਫਿਰ ਉਹਨੂੰ ਕਹਾ ਅੱਗੇ, ਫਿਰ ਸਮਾਂ ਉਹਦਾ ਅਗਲਾ। ਇੱਦਾਂ ਕਈ ਬਹੁਤ ਨੇੜੇ ਹੋ ਕੇ ਵੀ ਰੁਕ ਜਾਂਦੇ ਹੈ। ਆ ਗਏ ਤਾਂ ਨੇੜੇ ਤਾਂ ਆ ਗਏ, ਅਵਸਥਾ ਨੂੰ ਪ੍ਰਾਪਤ ਨਹੀਂ ਹੋ ਸਕੇ, ਪਰਚੇ 'ਚੋਂ ਨਹੀਂ ਪਾਸ ਹੋ ਰਹੇ। ਫਿਰ ਮਹਾਰਾਜ ਨੂੰ ਬੇਨਤੀਆਂ ਕਰਦਾ, ਸੱਚੇ ਪਾਤਸ਼ਾਹ ਕਿਰਪਾ ਕਰ, ਕਿਉਂਕਿ ਪਤਾ ਲੱਗ ਗਿਆ ਹੁਣ ਵੀ ਪਰਚਾ ਪੈਂਦਾ ਆ, ਪਰਚੇ ਦੀ ਸਮਝ ਨਹੀਂ ਲੱਗਦੀ। ਬੜੇ ਅੱਛੇ ਬੱਚੇ ਨੇ, ਪੜ੍ਹਾਈ 'ਚ ਬੜੇ ਤੇਜ਼ ਹੋਣਗੇ, ਜਦੋਂ ਪੇਪਰ ਪੈਂਦੇ ਨੇ ਉਸ ਵੇਲੇ ਵਿਚਾਰਿਆਂ ਨੂੰ ਸਮਝ ਨਹੀਂ ਲੱਗਦੀ, ਨਹੀਂ ਸਮਝ ਲੱਗਦੀ ਇਸ ਵੇਲੇ। ਸੋ ਇੱਦਾਂ ਇਸੇ ਤਰ੍ਹਾਂ ਪਰਮਾਰਥ ਦੀ ਦੁਨੀਆ 'ਚ ਅੱਗੋਂ ਪਿੱਛੋਂ ਬਾਣੀ ਪੜ੍ਹਦਾ ਬੜਾ ਆਨੰਦ ਆ ਰਿਹਾ, ਬਾਣੀ ਦੀ ਸਮਝ ਵੀ ਬੜੀ ਪੈ ਰਹੀ ਹੈ, ਸਿਮਰਤ ਵੇਲੇ ਵੀ ਉੱਠਣਾ ਸਭ ਕੁਛ ਹੋ ਰਿਹਾ। ਜਦੋਂ ਕਿਤੇ ਅਕਾਲ ਪੁਰਖ ਪਰਚਾ ਪਾਉਂਦਾ ਤਾਂ ਸਿੱਧਾ ਰੱਬ 'ਤੇ ਦੋਸ਼, ਰੱਬ ਦੇ ਰੱਬਾ ਤੂੰ ਮੇਰੇ ਨਾਲ ਕੀ ਕੀਤਾ, ਜਾਂ ਸੱਜਣ ਮਿੱਤਰ 'ਤੇ ਦੋਸ਼, ਭੈਣ ਭਾਈ 'ਤੇ ਦੋਸ਼। ਜਦੋਂ ਉਹਨੇ ਅਵਸਥਾ ਦੇਣੀ ਹੈ ਉਸ ਵੇਲੇ ਤਾਂ ਇਹਨੇ ਦੋਸ਼ ਕਿਸੇ 'ਤੇ ਵੀ ਨਹੀਂ ਦੇਣਾ, ਦੋਸ਼ ਖਤਮ ਹੋ ਜਾਂਦੇ ਆ। ਜੇ ਦੋਸ਼ ਦੇ ਰਿਹਾ ਤਾਂ ਕਚਿਆਈ ਹੈ, ਫਿਰ ਕਚਿਆਈ ਆ। ਅਜੇ ਤਾਂ ਇਹ ਇਹਨੂੰ ਮਾਲੂਮ ਹੈ ਤੂੰ ਮੈਂ ਕੀ ਆ, ਮਾਲੂਮ ਹੋਈ ਤੂੰ ਕੀਤਾ ਜਾਂ ਮੈਂ ਕੀਤਾ, ਤਾਂ ਇੱਥੇ ਗਈ ਹੈ। ਕਰਤਾ ਪੁਰਖ ਨੂੰ ਤਾਂ ਜਾਣਿਆ ਹੀ ਨਹੀਂ। ਜੇ ਇਹ ਮਨ ਚਾਹੁੰਦਾ ਮੈਂ ਕੀਤਾ ਜਾਂ ਤੈਂ ਕੀਤਾ, ਕਰਤਾ ਪੁਰਖ ਕਿੱਥੇ ਗਿਆ, ਕਰਤਾ ਪੁਰਖ ਕਿੱਥੇ ਗਿਆ, ਪਰਚਾ ਪੈ ਗਿਆ, ਫੇਲ ਹੋ ਗਿਆ, ਫਿਰ ਟਿਕਣਾ ਪੈਂਦਾ। ਮਤਲਬ ਉਸ ਵੇਲੇ ਫਿਰ ਇਹ ਅਰਦਾਸਾਂ ਕਰਦਾ ਵੀ ਕਿਰਪਾ ਕਰ, ਜਦੋਂ ਪਰਚਾ ਪਾਉਣਾ ਤਾਂ ਉਸ ਵੇਲੇ ਪਾਰ ਵੀ ਆਪ ਹੀ ਕਰ, ਪਰਚਾ ਪਾਉਣਾ ਪਰ ਪਾਰ ਵੀ ਆਪ ਕਰ। ਫਿਰ ਕਿਤੇ ਜਾ ਕੇ ਉਹਦੀ ਰਹਿਮਤ ਹੁੰਦੀ ਹੈ। ਬਹੁਤ ਸੂਖਸ਼ਮ ਚੀਜ਼ਾਂ ਨੇ, ਸਾਡੀ ਸਮਝ ਨਹੀਂ ਆਉਂਦੀਆਂ। ਚਲੋ ਗੱਲਾਂ ਤਾਂ ਕਰ ਲੈਂਦੇ ਹਾਂ, ਹੁਣ ਬਾਣੀ ਦੀ ਕਥਾ ਕਰਨੀ, ਗੱਲਾਂ ਕਰਨੀਆਂ, ਪਰ ਹੈ ਬਹੁਤ ਸੂਖਸ਼ਮ।
कहने वाला खुद फस जाऊगा, सुनने वाला भी फस जाऊ, क्योंकि सूक्ष्म है। ये नहीं भी हर बार एको ही परचा पैंदा है। इधर तो घड़ी घड़ी नित निमख बदल जाता सिस्टम सारा, क्योंकि वो बिच्चे तो बैठा, उन्हें कहना बाहरों उतों मार करा के लैके आना, उतों ही तो उन्हें कर देना सिस्टम। फिर इन्नी बात नहीं समझ विच आ गई तो फिर उत्थे कोल ही कहता महाराज निगाह भी तू ही दई होना। 7 दिन थड़ा बनवाया सी गुरु अमरदास जी ने, गुरु रामदास जी ने 7 दिन, तो भाई रामा जी का 3 दिन ही बना के चुप कर गए सी। कहते नहीं जी ये तो तुसीं भुल जाने। 7वें दिन पैर फड़ लिया सी गुरु रामदास जी ने, कहते महाराज भुल जाना, मेरे को भुल हो जाती है, तो ऐसी कृपा कर दे भी जदों मैं बनाउण लगा मैनूं इदां दी मत दिओ भी जिद्दां दे थड़े ते बहना भी उदां दा बना देवां। महाराज कहते बन गया, हुण लोड़ ही नहीं। कहते थड़ा तो अंदरला बनाउणा सच्चे पातशाह जी ने। और हरेक सिख चाहुंदा कि महाराज मेरे अंदर बैठे, थड़ा बनाऊ तो बैठू। साखी तो आप पढ़ लेने गुरु रामदास जी की। सिख हर एक को चाहता भी रब गुरु मेरे अंदर विराजमान हो जाए, तू थड़ा बनावेगा तो बैठूगा। उन्हें तो 7 दिनों बना लिया सी, सानू सारी जिंदगी लग जाती, कई जन्म लग जाते, थड़ा ही नहीं बनता, नहीं बनता। महाराज सच्चे पातशाह कृपा करते हैं, कहते बई वो जो कृपा करदा फेक ते जाके अवस्था की प्राप्ति है, तां गात भई हमारी हर की प्रेम भगत मन लीना नित बाजे अनहत बीना। अनहत एक हुंदा अनहद, अनहत ਉਹਦਾ ਹੁਕਮ ਹੁੰਦਾ ਹੈ, ਅਨਹਦ ਬਾਜਾ ਹੁੰਦਾ ਹੈ। ਅਨ ਹੁੰਦਾ ਬਾਜਾ ਜਿਹੜਾ ਅੰਦਰ ਵੱਜਦਾ, ਜਿਹਨੂੰ ਤੂਰ ਕਹਿੰਦੇ ਆ। ਅਨਹਤ ਉਹਦਾ ਹੁਕਮ ਹੈ। ਹੱਤ ਤੋਂ ਭਾਵ ਹੁੰਦਾ ਹੱਤਿਆ। ਇੱਕੋ ਹੀ ਇੱਕ ਤਾਂ ਸ਼ਬਦ ਹੈ ਜਿਹਦੀ ਹੱਤਿਆ ਨਹੀਂ ਹੋ ਸਕਦੀ, ਉਹਦਾ ਹੁਕਮ, ਉਹਦੇ ਹੁਕਮ ਦੀ ਹੱਤਿਆ ਨਹੀਂ ਹੋ ਸਕਦੀ। ਭਾਵ ਉਸ ਦੇ ਹੁਕਮ ਨੂੰ ਕੋਈ ਮੋੜ ਨਹੀਂ ਜੇ ਸਕਦਾ, ਅਮੋੜ ਹੁੰਦਾ ਉਸ ਦਾ ਹੁਕਮ। ਰੱਬ ਦੇ ਪਿਆਰੇ ਹੱਥ ਜੋੜ ਕੇ ਮੰਨ ਲੈਂਦੇ ਆ, ਸਿਰ ਮੱਥੇ 'ਤੇ ਮੰਨਦੇ ਆ ਰੱਬ ਦੇ ਪਿਆਰੇ। ਅਤੇ ਜਿਹੜੇ ਰੱਬ ਤੋਂ ਕਾਫੀ ਦੂਰ ਨੇ ਰੋ ਪਿੱਟ ਕੇ ਮੰਨਦੇ ਨੇ। ਲੱਗਦੀ ਵਾਹ ਤਿੱਕਰ ਕਹਿੰਦੇ ਮੈਂ ਨਹੀਂ ਮੰਨਦਾ, ਮੈਂ ਨਹੀਂ ਮੰਨਦਾ, ਹਾਰ ਕੇ ਚੁੱਪ ਕਰਕੇ ਬਹਿ ਜਾਂਦੇ। ਮੰਨਣਾ ਪੈਂਦਾ, ਠੀਕ ਹੈ ਜੀ ਕਹਿਣਾ, ਉਹ ਇੱਦਾਂ ਹੁੰਦੀ। ਸੋ ਅਨਹਤ ਹੁੰਦਾ ਉਹਦਾ ਹੁਕਮ। ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਕਹਿੰਦੇ ਨਿਤ ਬਾਝੇ ਅਨਹਤ ਬੀਨ। ਉਹ ਜਿਹੜੀ ਬੀਨਾ ਉਦੋਂ ਵੱਜਦੀ ਹੈ ਜਦੋਂ ਉਹਦੇ ਹੁਕਮ ਨੂੰ ਮੰਨਦਾ। ਅਨਹਤ ਬੀਨਾ, ਬੀਨਾ ਵੱਖਰਾ ਸ਼ਬਦ ਹੈ, ਅਨਹਤ ਵੱਖਰਾ ਸ਼ਬਦ ਹੈ। ਅਨਹਤ ਬੀਨਾ ਤਾਂ ਸਾਜ਼ ਹੈ, ਜਦੋਂ ਹੁਕਮ ਨੂੰ ਮੰਨਿਆ ਤਾਂ ਬੀਣਾ ਵੱਜਣੀ ਹੈ, ਹੁਕਮ ਨਹੀਂ ਮੰਨਿਆ ਤਾਂ ਬੀਣਾ ਕਿੱਥੋਂ ਵੱਜੂ। ਰਹਾਉ ਹਰ ਚਰਨ ਕੀ ਓਟ ਸਤਾਣੀ ਸਭ ਚੁਕੀ ਕਣ ਲੋਕਾਣੀ। ਸਤਾਣੀ, ਸਤਾਣੀ ਦਾ ਅਰਥ ਹੁੰਦਾ ਸ੍ਰੇਸ਼ਟ ਬਲ, ਸ੍ਰੇਸ਼ਟ ਬਲ। ਉਹਦੇ ਚਰਨਾਂ ਦੀ ਜਿਹੜੀ ਓਟ ਹੈ ਉਹ ਸਭ ਤੋਂ ਸ੍ਰੇਸ਼ਟ ਹੈ, ਬਹੁਤ ਬਲ ਵਾਲੀ ਹੈ। ਪਰ ਜਿਹਨੇ ਬਾਣੀ ਦਾ ਸਹਾਰਾ ਲਿਆ ਹੈ ਨਾ, ਉਹਨੂੰ ਹੋਰ ਕਿਸੇ ਸਹਾਰੇ ਦੀ ਲੋੜ ਨਹੀਂ ਹੈ, ਕਿਉਂਕਿ ਉਹਦੇ ਕੋਲ ਬਹੁਤ ਬਲ ਆ ਗਿਆ। ਹੁਣ ਜਿੱਦਾਂ 10ਵੇਂ ਪਾਤਸ਼ਾਹ ਜੀ ਲਿਖਦੇ, ਕਹਿੰਦੇ ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਰਕਾਇਆ। ਰਾਮ 'ਚ ਕਿਤੇ ਘੱਟ ਬਲ ਸੀ, ਰਾਮਚੰਦਰ 'ਚ। ਪਰ ਜਿਹੜਾ ਜਿਸ ਤੀਰ ਨਾਲ ਰਾਵਣ ਮਰਦਾ, ਉਹ ਤੀਰ ਵੀ ਰੱਬ ਦਿੰਦਾ ਕਹਿੰਦੇ, ਅਤੇ ਉਹ ਤੀਰ ਨੂੰ ਚਲਾਉਣ ਦਾ ਬਲ ਵੀ ਉਹੀ ਦਿੰਦਾ, ਤਦੇ ਹੀ ਮਰਿਆ। ਕਈ ਦੰਦ ਕਿਤਾਬਾਂ ਨੇ ਕਿਤੇ ਧੁਨੀ 'ਚ ਅੰਮ੍ਰਿਤ ਸੀਗਾ, ਇੱਦਾਂ ਇੱਦਾਂ। ਪਰ ਇਹ ਗੱਲ ਤਾਂ ਪੱਕੀ ਨਾ, ਉਹ ਤੀਰ ਨੂੰ ਚਲਾਉਣ ਦਾ ਬਲ ਜਦੋਂ ਉਹਨੂੰ ਮਿਲਿਆ ਫਿਰ ਰਾਵਣ ਮਰਿਆ, ਨਹੀਂ ਤਾਂ ਨਹੀਂ ਸੀ ਮਰਦਾ, ਪੂਰਾ ਜ਼ੋਰ ਲਾ ਲਿਆ ਸੀ। ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ। ਜਦੋਂ ਕੰਸ ਨੂੰ ਮਾਰਨਾ ਸੀ ਤਾਂ ਭਾਵੇਂ ਕ੍ਰਿਸ਼ਨ ਅਵਤਾਰ ਸੀ, ਪਰ ਐਕਸਟਰਾ ਬਲ ਮੰਗਣਾ ਹੀ ਪਿਆ। ਮਾਰਨਾ ਕਿਹਨੂੰ ਸੀ? ਕੰਸ ਨੂੰ ਮਾਰਨਾ ਸੀਗਾ। ਹੁਣ ਜਦੋਂ ਵਿਕਾਰਾਂ ਨੂੰ ਮਾਰਨਾ, ਜਿਹੜੇ ਵਿਕਾਰ ਨੇ ਇਹ ਬੜੇ ਬਲਵਾਨ ਨੇ, ਇਹਨਾਂ ਨੂੰ ਮਾਰਨ ਵਾਸਤੇ ਐਕਸਟਰਾ ਬਲ ਮੰਗਣਾ ਪੈਂਦਾ। ਮਾਰਨ ਨੂੰ ਕਹਿਣਾ ਪੈਂਦਾ ਮਹਾਰਾਜ ਥਾਪੜਾ ਦੇ ਦਿਓ, ਫਿਰ ਹੁਣ ਪਿੱਠ 'ਤੇ। ਜਦੋਂ ਗੁਰ ਥਾਪੀ ਦਿੱਤੀ ਕੰਡ ਮੈਂ
ਜਦੋਂ ਥਾਪੜਾ ਦਿੱਤਾ ਨਾ, ਨਿਹੱਥੇ 5 ਜਵਾਨ ਮੈਂ ਸਿੱਟ ਲਿਆ। ਉਸ ਵੇਲੇ ਐਕਸਟਰਾ ਬਲ ਮਿਲ ਗਿਆ ਨਾ, ਥਾਪੜਾ ਦਿੱਤਾ ਐਕਸਟਰਾ ਬਲ ਮਿਲ ਗਿਆ। ਪਹਿਲੋਂ ਨਹੀਂ ਸੀ, ਪਹਿਲੋਂ 5 ਇਹਨੂੰ ਘੇਰਦੇ ਸੀ, ਡਰਾਉਂਦੇ ਸੀ, ਦਬਕਦੇ ਸੀ ਇਸ ਨੂੰ। ਪਰ ਜਦੋਂ ਫਿਰ ਥਾਪੜਾ ਦੇਤਾ ਨਾ, ਫਿਰ 5 ਭੱਜ ਗਏ। ਨਹੀਂ ਭੱਜੇ ਤਾਂ ਦੱਬ ਲਿਆ ਇਸ ਨੇ। ਇੱਦਾਂ ਹੈ। ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਨੇ, ਹਜ਼ੂਰ ਗਰੀਬ ਨਵਾਜ। ਕਹਿੰਦੇ ਸਭ ਤੋਂ ਵੱਡਾ ਸਹਾਰਾ ਕਹਿੰਦੇ ਨੇ ਸੋ ਬਾਣੀ ਹੈ, ਹਰ ਚਰਨ ਕੀ ਓਟ ਸੁਤਾਣੀ। ਸਭ ਚੂਕੀ ਕਾਣ ਲੁਕਾਣੀ। ਕਾਣ ਹੁੰਦਾ ਮੁਥਾਜਗੀ, ਗੁਲਾਮੀ ਲੋਕਾਂ ਦੀ। ਹਰ ਕੋਈ ਚਾਹੁੰਦਾ ਮੇਰੇ ਅੰਡਰ ਕੰਮ ਕਰੇ, ਮੇਰਾ ਕਹਿਣਾ ਮੰਨੇ। ਪਰਿਵਾਰ ਤੋਂ ਸ਼ੁਰੂ ਹੋ ਜਾਂਦਾ ਕੰਮ, ਪਰਿਵਾਰ ਤੋਂ ਵੀ ਮੇਰਾ ਕਹਿਣਾ ਮੰਨੇ, ਮੇਰੇ ਅੰਡਰ ਰਹੇ। ਫਿਰ ਗਾਹਾਂ ਤੇ ਗਾਹਾਂ ਸਿਸਟਮ ਚੱਲਦਾ ਹੀ ਰਹਿੰਦਾ, ਜਿੱਥੇ ਮਰਜ਼ੀ ਚਲਾ ਜਾਵੇ। ਜੇ ਆਪ ਬੌਸ ਆ ਕਹਿਣਾ ਮੇਰੇ ਕਹਿਣੇ 'ਚ ਰਹਿਣ, ਜੇ ਕੰਮ ਕਰਦਾ ਕਿ ਤਾਂ ਬੌਸ ਕਹਿੰਦਾ ਮੇਰੇ ਕਹਿਣੇ 'ਚ ਰਹੇ। ਇਹ ਤਾਂ ਮਥਾਜਗੀ ਚੱਲਦੀ। ਔਰ ਜਦੋਂ ਬਾਣੀ ਦਾ ਆਸਰਾ ਮਿਲ ਗਿਆ, ਲੋਕਾਂ ਦੀ ਤਾਂ ਗੱਲ ਛੱਡੋ, ਜਮਾਂ ਦੀ ਵੀ ਕਾਣ ਖਤਮ ਹੋ ਜਾਂਦੀ ਹੈ ਜੀ। ਇਹਨਾਂ ਲੋਕਾਂ ਦੀ ਤਾਂ ਗੱਲ ਹੀ ਛੱਡੋ, ਜਮਾਂ ਦੀ ਵੀ ਕਹਿੰਦੇ ਕਾਣ ਜਿਹੜੀ ਆ, ਮਛੰਦਗੀ ਜਿਹੜੀ ਆ, ਉਹ ਖਤਮ ਹੋ ਜਾਂਦੀ ਆ। ਜਗ ਜੀਵਨ ਦਾਤਾ ਪਾਇਆ, ਹਰ ਰਸਕ ਰਸਕ ਗੁਣ ਗਾਇਆ। ਪਾਰ ਬ੍ਰਹਮ ਪਰਮੇਸ਼ਰ ਜਿਸ ਨੂੰ ਜਗ ਜੀਵਨ ਕਹਿ ਦਿੱਤਾ, ਜਗਤ ਨੂੰ ਜੀਵਨ ਦੇਣੇ ਵਾਲਾ, ਦਾਤਾ ਸਭਨਾਂ ਨੂੰ ਦਾਤਾਂ ਦੇਣੇ ਵਾਲਾ, ਉਹਨੂੰ ਪਾ ਲਿਆ। ਕਿੱਦਾਂ ਪਾਇਆ? ਕਹਿੰਦੇ ਆਹ ਹੀ ਬਾਣੀ ਨਾਲ ਪਾਇਆ। ਰਸਕ ਰਸਕ ਗੁਣ ਗਾਇਆ। ਰਸ ਲੈ ਕੇ ਬਾਣੀ ਨੂੰ ਪੜ੍ਹਿਆ ਅਤੇ ਰਸ ਲੈ ਕੇ ਬਾਣੀ ਨੂੰ ਸੁਣਿਆ ਜੀ। ਬਸ ਆਈਓ ਕੰਮ ਕੀਤਾ ਜੀ। ਜਦੋਂ ਰਸ ਲੈ ਕੇ ਪੜ੍ਹਿਆ ਅਤੇ ਰਸ ਲੈ ਕੇ ਸੁਣਿਆ, ਰਸ ਲੈ ਕੇ ਵਿਚਾਰਿਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਉਹ ਜਗਤ ਨੂੰ ਜਵਾਲਣੇ ਵਾਲਾ ਰੱਬ ਪਾ ਲਿਆ। ਕਹਿੰਦੇ ਸਭਨਾਂ ਨੂੰ ਦਾਤਾਂ ਦੇਣ ਵਾਲਾ। ਫਿਰ ਪਤਾ ਲੱਗ ਗਿਆ ਵੀ ਇਹੀ ਤਾਂ ਹੈ ਜਿਹੜਾ ਸਾਰਿਆਂ ਨੂੰ ਦਾਤਾ ਦਿੰਦਾ। ਪ੍ਰਭ ਕਾਟਿਆ ਜਮ ਕਾ ਫਸਾ, ਮਨ ਪੂਰਨ ਹੋਈ ਆਸਾ। ਬੜੀ ਦੇਰ ਦੀ ਆਸ ਸੀ, ਜਨਮਾਂ ਜਨਮਾਂਤਰਾਂ ਦੀ। ਕਿਹੜੀ? ਕਿ ਆਹ ਜਮ ਮੈਨੂੰ ਹਰ ਵਾਰੀ ਫੜਦਾ, ਇਹਦੇ ਵੱਸ ਨਾ ਪਾਵਾਂ। ਪਰ ਪੈਣਾ ਪੈਂਦਾ ਸੀ ਹਰ ਵਾਰੀ ਜੰਮਦੇ, ਬਸ ਹਰ ਵਾਰੀ ਜੰਮਦੇ। ਬਸ ਮਨ ਵਿੱਚ ਆਸ ਬਣੀ ਹੋਈ ਸੀ। ਪਰ ਜਦੋਂ ਗੁਰੂ ਦੇ ਲੜ ਲੱਗੇ ਅਤੇ ਬਾਣੀ ਪੜ੍ਹੀ, ਆਨੰਦ ਦੇ ਨਾਲ ਸਤਸੰਗ ਕੀਤਾ, ਨਾਮ ਜਪਿਆ, ਪਰਮਾਤਮਾ ਪਰਮੇਸ਼ਰ ਨੇ ਜਮਾਂ ਦੀ ਫਾਹੀ ਕੱਟ ਦਿੱਤੀ। ਹੁਣ ਆ ਪੂਰਨ ਹੋਈ ਆ, ਸੋ ਆਸ ਪੂਰੀ ਹੋ ਗਈ। ਜਨਮਾਂ ਜਨਮਾਂਤਰਾਂ ਦੀ ਇਹ ਆਸ ਹੁੰਦੀ ਵੀ ਜੰਮਦੇ ਵੱਸ ਨਾ ਪਵਾਂ ਅਤੇ ਗਰਭ ਦੇ ਵਿੱਚ ਨਾ ਆਵਾਂ। ਇਹ ਆਸ ਆ। ਸੋ ਜਦੋਂ ਮਾਨੁਖ ਜੋਨ ਨੂੰ ਮਿਲਦੀ ਹੈ ਨਾ, ਪਹਿਲਾਂ ਤਾਂ ਜਦੋਂ ਬਾਕੀ ਜਿੰਨਾਂ 'ਚ ਭਟਕਦਾ, ਉਦੋਂ ਤਾਂ ਆਸ ਇਹੀ ਹੁੰਦੀ ਵੀ ਮਨੁੱਖਾ ਦੇ ਹੀ ਮਿਲ ਜਾਵੇ। ਉਦੋਂ ਇਹ ਆਸ ਹੁੰਦੀ ਹੈ। ਜਦੋਂ ਮਨੁੱਖਾ ਦੇਹੀ ਮਿਲਦੀ ਹੈ ਨਾ, ਅਤੇ ਉਸ ਵੇਲੇ ਸੋ ਜੇ ਤਾਂ ਚੰਗੇ ਪਾਸੇ ਲੱਗ ਗਿਆ, ਫਿਰ ਤਾਂ ਇਹ ਹੁੰਦਾ ਵੀ ਜਦੋਂ ਮਰਦਾ ਵੀ ਹੈ, ਨਹੀਂ ਸਕਸੈਸ ਹੋਇਆ, ਇਹਨੂੰ ਇੰਨਾ ਗਿਆਨ ਹੁੰਦਾ ਵੀ ਇੱਥੇ ਮੇਰੇ ਕੋਲ ਕਮੀ ਪੇਸ਼ੀ ਰਹਿ ਗਈ, ਫਿਰ ਦੁਬਾਰਾ ਮਾਨਸ ਦੇਹੀ ਮਿਲ ਜਾਂਦੀ ਹੈ। ਸੋ ਇੱਦਾਂ ਕਈ ਜਨਮ ਮਾਨਸ ਦੇਹੀ ਦੇ ਹੋ ਗਏ। ਕਈਆਂ ਦੇ ਇੱਦਾਂ ਵੀ ਚੱਲ, ਜਿਨ੍ਹਾਂ ਦੇ ਕਈ ਜਨਮ ਮਾਨਸ ਦੇਹੀ ਦੇ ਹੋ ਜਾਂਦੇ ਨਾ, ਉਹ ਇੱਕ ਜਨਮ ਤੋਂ ਬਾਅਦ ਹੀ ਫਿਰ ਉਹਨਾਂ ਦੀਆਂ ਬੇਨਤੀਆਂ ਸ਼ੁਰੂ ਹੋ ਜਾਂਦੀਆਂ ਵੀ ਹੁਣ ਨਾ ਮੁੜ ਕੇ ਕਿਤੇ ਫਿਰ ਗਰਭ ਵਿੱਚ ਵਾਸ ਹੋ ਜਾਵੇ ਜਦੋਂ ਮਰਨ ਲੱਗਦਾ। ਜੇ ਜੰਮ ਦੇ ਵਸ ਪੈਂਦਾ ਤਾਂ ਇਹਦਾ ਮਤਲਬ ਗਰਭ ਦੇ ਵਿੱਚ ਵਾਸ ਹੋਊਗਾ। ਨਿਸ਼ਾਨੀ ਹੈ। ਜੇ ਜੰਮ ਆ ਰਿਹਾ ਨਾ, ਜੰਮ ਦੇ ਵਸ ਪੈਂਦਾ ਮਤਲਬ ਹੁਣ ਗਰਭ ਵਿੱਚ ਵੀ ਜਾਵੇਗਾ। ਅਤੇ ਜੇ ਜੰਮ ਨਹੀਂ ਆਇਆ, ਸਤਿਪੁਰਖ ਆਏ, ਗੁਰਮੁਖ ਜਾਣੇ ਆਏ, ਫਿਰ ਗਰਭ ਵਿੱਚ ਵਾਸ ਨਹੀਂ ਹੋਵੇਗਾ। ਹੁਣ ਆਸ ਪੂਰੀ ਹੋ ਗਈ। ਫਿਰ ਜਦੋਂ ਜੰਮ ਨਹੀਂ ਆਏ, ਜੰਮ ਤਾਂ ਦੇਖ ਕੇ ਪ੍ਰਤਾਪ ਭੱਜ ਗਿਆ। ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾ। ਪ੍ਰਤਾਪ ਕਿਹਦਾ? ਗੁਰਬਾਣੀ ਦਾ। ਸਿਮਰਨ ਚੱਲਦਾ ਸੀ, ਬਾਣੀ ਚੱਲਦੀ, ਅਤੇ ਜੰਮ ਭੱਜ ਗਿਆ। ਕਹਿੰਦਾ ਨਹੀਂ, ਇੱਥੇ ਮੇਰਾ ਹੁਣ ਕੋਈ ਕੰਮ ਨਹੀਂ ਹੈ। ਠੀਕ ਆ, ਤੇਰਾ ਮੇਰਾ ਰਿਸ਼ਤਾ ਸੀ ਬੜੀ ਦੇਰ ਦਾ, ਪਰ ਹੁਣ ਨਹੀਂ ਰਿਹਾ ਆਪਣਾ ਰਿਸ਼ਤਾ। ਤੇਰਾ ਰਾਸਤਾ ਹੋਰ ਅਤੇ ਮੇਰਾ ਹੁਣ ਹੋਰ ਹੈ। ਤੂੰ ਤਾਂ ਬੰਦਗੀ 'ਤੇ ਲੱਗ ਗਿਆ, ਹਾਂ ਇੱਧਰ ਨਹੀਂ ਮੈਂ ਜਾ ਸਕਦਾ। ਫਿਰ ਇਹਨਾਂ ਦਾ ਆਪਸ ਵਿੱਚ ਜੀਵ ਦਾ ਜੰਮ ਦਾ ਜਿਹੜਾ ਰਿਸ਼ਤਾ ਕਹਿੰਦੇ ਖਤਮ ਹੋ ਜਾਂਦਾ। ਪਾਤਸ਼ਾਹ ਮਨ ਦੀ ਆਸ ਉਦੋਂ ਪੂਰੀ ਹੁੰਦੀ ਹੈ ਜਦੋਂ ਜੰਮ ਦੀ ਫਾਹੀ ਕੱਟੀ ਜਾਂਦੀ ਹੈ।
ਜੈ ਭਿਖਾ ਤੈ ਸੋਈ। ਹੁਣ ਭਿਖਾ ਇੱਕ ਹੁੰਦਾ ਦੇਖਣਾ, ਹੁੰਦਾ ਭੇਖਣਾ। ਹੁਣ ਜੇ ਅੰਦਰਲੇ ਨੇਤਰ ਕੋਲ ਹੋਣਗੇ ਤਾਂ ਭੇਖੇਗਾ, ਫਿਰ ਰੱਬ ਦਿਸੇਗਾ। ਜੇ ਦੇਖੇਗਾ ਤੇ ਫਿਰ ਸੰਸਾਰ ਦਿਸੇਗਾ। ਫਿਰ ਤਾਂ ਜੀਆ ਜੰਤ ਹੀ ਦਿਸਣੇ ਨੇ ਸਾਰੇ, 84 ਲੱਖ ਜੂਨ ਦੇ ਦਰਸ਼ਨ ਹੋਣਗੇ ਫਿਰ ਤਾਂ, ਜੇ ਦੇਖੇਗਾ। ਹੁਣ ਜੇ ਤਾਂ ਸੰਸਾਰ ਦੀਆਂ ਕਿਤਾਬਾਂ ਪੜ੍ਹੀਆਂ ਫਿਰ ਤਾਂ ਦੇਖੇਗਾ, ਜੇ ਗੁਰਬਾਣੀ ਨੂੰ ਪੜ੍ਹਿਆ ਸੁਣਿਆ ਵਿਚਾਰਿਆ ਫਿਰ ਭੇਖੇਗਾ। ਫਿਰ ਅੰਦਰੋਂ ਅੰਦਰਲੇ ਆਪਣੇ ਸਿਸਟਮ ਨੂੰ ਭੇਖੇਗਾ, ਪਰਖੇਗਾ ਆਪਣੇ ਆਪ ਨੂੰ। ਪਹਿਲਾਂ ਭੇਖਣਾ ਪਹਿਲਾਂ ਆਪ ਪਰਖਦਾ, ਆਪਣੇ ਆਪ ਨੂੰ ਪਰਖਦਾ, ਫਿਰ ਕਿਤੇ ਜਾ ਕੇ ਇਹਨੂੰ ਭੇਖਣਾ ਆਉਂਦਾ। ਜਿੰਨਾ ਚਿਕਰ ਆਪਣੇ ਆਪ ਨੂੰ ਨਹੀਂ ਪਰਖਦਾ ਉਹਨਾਂ ਚਿਕਰ ਇਹਨੂੰ ਭੇਖਣਾ ਨਹੀਂ ਆ ਸਕਦਾ। ਜਿਹਨੇ ਆਪਣੇ ਆਪ ਨੂੰ ਪਰਖ ਲਿਆ ਉਹਨੂੰ ਭੇਖਣਾ ਆ ਗਿਆ। ਮਹਾਰਾਜ ਕਹਿੰਦੇ ਫਿਰ ਜੈ ਭੇਖਾ, ਆਪਣੇ ਆਪ ਨੂੰ ਪਰਖ ਲਿਆ। ਹੁਣ ਜਿੱਧਰ ਵੀ ਵੇਖਦਾ ਪਿਆ ਨਾ, ਮਤਲਬ ਭੇਖਣਾ ਜਿੱਧਰ ਵੀ ਅੰਦਰਲੇ ਅਨੁਭਵੀ ਨੇਤਰਾਂ ਦੇ ਨਾਲ, ਤੈ ਸੋਈ। ਕੋਈ ਜਗ੍ਹਾ ਰੱਬ ਤੋਂ ਬਿਨਾਂ ਉਸ ਨੂੰ ਦਿਸਦੀ ਹੀ ਨਹੀਂ ਹੈ। ਕਹਿੰਦਾ ਰੱਬ ਆ ਸਾਰੇ ਪਾਸੇ। ਇਹ ਅਵਸਥਾ ਬਣਦੀ ਹੈ। ਹਰ ਪ੍ਰਭ ਬਿਨ ਅਵਰ ਨਾ ਕੋਈ। ਕਹਿੰਦਾ ਰੱਬ ਹੀ ਤਾਂ ਹੈ। ਜਾ ਜਾ ਭੇਖੋ ਤੈ ਹਜੂਰ ਦੂਰ ਕਤ ਹੋ ਨਾ ਜਾਈ। ਕਹਿੰਦੇ ਦੂਰ ਹੀ ਨਹੀਂ ਕਦੀ। ਕਹਿੰਦੇ ਕਰ ਕਿਰਪਾ ਪ੍ਰਭ ਰਾਖੇ, ਸਭ ਜਨਮ ਜਨਮ ਦੁੱਖ ਲਾਥੇ। ਉਹਨੇ ਕਿਰਪਾ ਕਰਕੇ ਆਪ ਹੀ ਰੱਖ ਲਿਆ। ਹੁਣ ਜਦੋਂ ਇਹ ਅਵਸਥਾ ਬਣੀ, ਆਪ ਹੀ ਇਹ ਕਿਰਪਾ ਕਰਕੇ ਅਵਸਥਾ ਦਿੱਤੀ ਅਤੇ ਆਪ ਹੀ ਵਿਕਾਰਾਂ ਤੋਂ ਰੱਖ ਲਿਆ, ਸੰਸਾਰ ਤੋਂ ਰੱਖ ਲਿਆ, ਜਮਾਂ ਦੇ ਵਸ ਪੈਣ ਤੋਂ ਰੱਖ ਲਿਆ, ਗਰਭ ਵਿੱਚ ਜਾਣ ਤੋਂ ਰੱਖ ਲਿਆ। ਕਹਿੰਦੇ ਕਰ ਕਿਰਪਾ ਪ੍ਰਭ ਰਾਖੇ, ਸਭ ਜਨਮ ਜਨਮ ਦੁੱਖ ਲਾਥੇ। ਜਨਮਾਂ ਜਨਮਾਤਰਾਂ ਦੇ ਦੁੱਖ ਲੈ ਗਏ। ਜਨਮਾਂ ਜਨਮਾਤਰਾਂ ਦੇ ਦੁੱਖ ਕੀ ਆਹ ਹੀ। ਸੋ ਜਿਹੜਾ ਜਨਮਾਂ ਦਾ ਜਿਹੜਾ ਵੱਡਾ ਦੁੱਖ ਹੈ, ਉਹ ਵਾਰ ਜਮਾਂ ਦੇ ਵਸ ਵਿੱਚ ਪੈਣਾ ਅਤੇ ਗਰਭ ਵਿੱਚ ਆਉਣਾ। ਕਬੀਰ ਸਾਹਿਬ ਨੇ ਇਹਨੂੰ ਕਿਹਾ ਇੱਕ ਦੁੱਖ ਗਿਆ, ਜੰਮ ਦੇ ਵਸ ਪੈਣਾ ਅਤੇ ਗਰਭ ਵਿੱਚ ਪੈਣਾ ਨੂੰ ਇੱਕ ਦੁੱਖ ਕਿਹਾ। ਇੱਕ ਦੁੱਖ ਰਾਮ ਰਾਏ ਕਾਟੋ ਮੇਰਾ ਅਗਨ ਦਹਿਰ ਗਰਭ ਵਿਸੇਰਾ। ਇਹਨੂੰ ਇੱਕ ਦੁੱਖ ਕਿਹਾ। ਇੱਕ ਚੀਜ਼ ਇੱਕ ਦੁੱਖ ਨਾਲ ਰਿਲੇਟਡ ਨੇ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਨਿਰਭਉ ਨਾਮ ਧਿਆਇਆ, ਅਟਲ ਸੁਖ ਨਾਨਕ ਪਾਇਆ। ਨਿਰਭਉ ਕਰਨੇ ਵਾਲਾ ਜਦੋਂ ਉਹਦਾ ਨਾਮ ਜਪਿਆ ਧਿਆਇਆ ਅਤੇ ਫਿਰ ਜਿਹੜਾ ਸदैਵੀ ਸੁੱਖ ਹੈ ਉਹ ਪ੍ਰਾਪਤ ਕਰ ਲਿਆ। ਸदैਵੀ ਸੁੱਖ ਦਾ ਨਾਮ ਜਪ ਕੇ ਹੀ ਪ੍ਰਾਪਤ ਹੁੰਦਾ ਹੈ। ਮਹਾਰਾਜ ਨੇ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਆ। ਸਤਿਗੁਰੂ ਜੀ ਮਿਹਰ ਕਿਰਪਾ ਕਰਨ, ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਛੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇ ਰਾਮ, ਮਨ ਜਿਨੀ ਵਸਾਇਆ। ਕਾਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ, ਹਰ ਨਾਲ ਰਹੂੰ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ, ਅੰਗੀਕਾਰੋਂ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਆ ਮਨੋਂ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਖਰ ਤੇਰਾ, ਕਰਤਾ ਤੇਰਾ ਸਭ ਕਿਛ ਹੈ। ਜਿਸ ਦੇ ਸੋ ਪਾਵੇਂ ਸਦਾ ਸਿਵ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਈਂ ਕਿਆ ਨਾਹੀਂ ਖਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਨ ਸੁਖ ਮਨ ਆਇਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋਂ। ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਤਨੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ। ਕਰ ਸੁਭਾਗੇ ਸ਼ਬਦ ਵਾਜੇ ਕਾਲਾ ਜਿਤ ਕਰਤਾਰੀਆਂ। ਪੰਚ ਦੂਤ ਦੁਆਸ ਕੀਤੇ, ਕਾਲ ਕੰਠ ਮਾਰਿਆ।
तुर करम पाया तुर जिन को से नाम हरखे लागे। कह है नानक तैस कहोआ तित कर अनहद वाजे। अन सुनो बड़ भागियो सगल मनोरथ पूरे। पार ब्रह्म प्रभ पाया उतरे सगल विसूरे। दुख रोग संताप उतरे सुनी सच्ची बाणी। संत साजन भय सरसे पूरे गुरते जानी। सुनते पनीत कहते पवित्र सतगुर हा भरपूरे। बिनवंत नानक गुरु चरण लागे वाजे अनहद तूरे। सुनते पनीत कहते पवित्र सतगुर हा भरपूरे। बिनवंत नानक गुरु चरण लागे वाजे अनहद तूरे। वाहिगुरु जी का खालसा वाहिगुरु जी की फतेह। तू ठाकुर तुम पै अरदास। तुम मात पिता हम मार्ग तेरे। तुम्हारी कृपा मैं सुख कंजेरे। तुमरा अंत मुझे दे ऊंचा भगवंत। सगल सुमगरी तुमरा सुंदर धाय। तुम ते होए स्वज्ञाय। तुम्हारी गात में धर्म जानी। सदा भानु बोलो जी वाहिगुरु। अरदास ओंकार वाहिगुरु जी की फतेह। श्री भगवती जी सहाय वासी भगवती जी की पातशाह दसवीं। अर्थ भगवती संग का गुणान पुनीत आए। फिरंगन गुरते अमरदास रामदास श्याम सहाय। अर्जन हर गोविंद नो सिमरो। श्री हर राय श्री हर कृष्ण जय 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 सुखी संगत जाय। तेग बहादुर सिमरिया करनो दिया विताय। सतनाम दसवें पातशाह जी ने श्री गुरु गोबिंद सिंह साहब जी महाराज सतनाम सहाय। दसां पातशाहियां दी जोत श्री गुरु ग्रंथ साहिब जी के पाठ दर्शन दीदारे का ध्यान कर खालसा जी बोलो जी। पंजाब प्यारे चौं संचालियां 40 मुक्तियां मछियां जपियां तपियां सुखवाना। जिन्हां तेरा नाम जपिया वड़ छपिया देग चलाई तेग वन देख के अंतर किया। तिन्हां प्यारियां सचियारियां दी कमाई का ध्यान कर खालसा जी बोलो जी। ਸਿੰਘਾਂ ਸਿੰਘਣੀਆਂ ਕਰਕੇ ਸੀਸ ਉੱਤੇ ਬਣਦਾ ਵਾਹਿ ਗੁਰੂ। ਚਾਪੜੀਆਂ ਤੇ ਚੜੇ ਤਾਂ ਨਾਰੀਆਂ ਨਾਲ ਸੇਵਾਏ ਗੁਰਦੁਆਰੇ ਦੀ ਸੇਵਾ ਦੀ ਕੁਰਬਾਨੀ। ਧਰਮ ਨਿਹਾਰਿਆ ਸਿੱਖੀ ਸਿੱਧਕੀ ਸਵਸਾ ਨਾ। ਬਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਕਰ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰ ਖਾਲਸਾ ਜੀ ਬੋਲੋ ਜੀ। ਵਰਤਮਾਨ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਨਾਮ ਚਿਤਿਆ। ਚਿਤਿਆ ਮੰਗਾ ਸਤਿਕਾਰ ਸਰਬ ਸੁਖ ਹੋਵੇ। ਜਾਂ ਜਾਂ ਖਾਲਸਾ ਜੀ ਸਾਹਿਬ ਕੰਧਾਂ ਰਛੇ ਅਜਗਾਏ। ਦੇਖ ਦੇਖ ਫਤਿਹ ਬਿਰਦ ਕੀ ਬੈਠ ਪੰਥ ਕੀ ਜੀ ਸਾਹਿਬ ਕੀ ਸਹਾਇ ਖਾਲਸਾ ਜੀ ਕੇ ਬੋਲੋ ਜੀ। ਸਿੱਖਾਂ ਨੂੰ ਬਖਸ਼ੋ ਜੀ ਸਿੱਖੀ ਦਾਨ ਕੀ ਸਤਾਨ ਰਹਿਤ ਦਾਨ ਕਬੀਰ ਦਾਨ ਸਾਧ ਦਾਨ ਭਰੋਸਾ ਦਾਨ ਦਾ ਨਸਰ ਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗੜ ਜੁਗੜ ਟਲ ਧਰਮ ਕਾ ਜਕਾਰ ਬੋਲੋ ਜੀ। ਸਿੱਖਾਂ ਦਾ ਨਾਮ ਦੀ ਮਾਮਾ ਉੱਚੀ ਮਨ ਹੱਥੀ ਰੱਖੀ ਆਪ ਮਹਾਰਾਜ ਜੀ ਆਪ ਜੀ ਦੀ ਕਿਰਪਾ ਹੈ। ਗੁਰੂ ਜੀ ਦੇ ਦੀਵਾਨ ਸਜੇ ਸਜੇ ਦੀਵਾਨ ਦੇ ਨਿਤਨੇਮ ਦੀਆਂ ਬਾਣੀਆਂ ਦੇ ਚਾਰ। ਆਸ਼ਾ ਜੀ ਦੀ ਵਾਰ ਦੇ ਕੀਰਤਨ ਸ਼ਬਦ ਦੀ ਵਿਚਾਰਨ ਆਸ਼ਾ ਦੀਆਂ ਛੇ ਪੌੜੀਆਂ ਦੇ ਜਾਪ ਉਹਨਾਂ ਦੀ ਖਿਮਾ ਕਰਨੀ। ਬਾਣੀ ਦਾ ਮਹਾਤਮ ਆਈਆਂ ਸੰਗਤਾਂ ਨੂੰ ਬਖਸ਼ਣਾ। ਤਿਲ ਫਲ ਹਾਜ਼ਰ ਦਰ ਪ੍ਰਵਾਨ ਕਰਨਾ। ਸਰਬਾ ਸੰਗਤਾਂ ਦੀਆਂ ਮਨੋਕਾਮਨਾਵਾਂ ਗੁਰੂ ਦੇ ਸਾਥ ਹੋਈਆਂ। ਬਖਸ਼ੀਆਂ ਦਾਤਾਂ ਚੁਕੜਾ ਪ੍ਰਸ਼ਾਦੀਆਂ ਦੀ ਕਹਾਂ ਜੀ ਕਰੀ ਪਾਰ ਸਤਿਗੁਰ ਜੀ ਦਾ ਮਿਲਾ। ਸੀਸ ਪ੍ਰਸ਼ਾਸਨ ਦਾ ਵਿੱਚ ਵਰਤੇ ਜੋ ਜੀ ਛਕਿਆ ਆਪਣਾ ਨਾਮ ਜਪੇ ਜੀ। ਪਾਵਨ ਹੁਕਮ ਬਖਸ਼ੋ ਸਤਿਦਾਨ ਨਿਹਾਰ ਕਰੋ ਜੀ। ਸਹੀ ਪਿਆਰੇ ਮਿਲਣੇ ਜਿਨ੍ਹਾਂ ਮੇਰਾ ਨਾਮ ਚਿਤਿਆ ਹੋਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੀ ਬਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਵੀ ਚਲਾਇਓ ਪੰਥ ਗੁਰੂ ਮਾਨਿਓ ਗ੍ਰੰਥ ਪ੍ਰਗਟ ਗੁਰਾ ਕੀ ਦੇ। ਖੋਜ ਸ਼ਬਦ ਮੈਲੇ ਆਕੀ ਰਹਿ ਨ ਕੋਏ। ਬਚੇ ਸਰਨ ਜੋ ਹੋਏ ਚੜੇ ਸੋ ਤੇਰੇ ਪਾਰ। ਗੁਰ ਪਾਰ ਉਤਾਰਨ ਕੰਡਾ ਜੋ ਕੀ ਹਾਥ ਮੈਂ। ਕਲਗੀ ਸੋ ਹੈ ਸੀਸ। ਰਛਿਆ ਕਰੀ ਗੁਰ ਕਲਗੀ ਤਰ ਜਗਦੀ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ
ਸਤਨਾਮ ਵਾਹਿਗੁਰੂ ਜੀ। ਸੋ ਕਉ ਟਲ ਗੁਰ ਸੇਵੀਐ, ਐਹਨ ਸਹਿਜ ਸੁਭਾਇ। ਦਰਸ਼ਨ ਪਰਸੀਐ ਗੁਰੂ ਕਾ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ। ਤੁਰ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਧਨਾਸਰੀ ਮਹੱਲਾ ਪੰਜਵਾਂ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਤਿਨ ਹੀ ਸੁਣਿਆ ਦੁਖ ਸੁਖ ਮੇਰਾ, ਤਉ ਬਿਦ ਨੀਕੀ ਖਟਾਨੀ। ਜਿ ਕੀ ਏਕੈ ਹੀ ਪੈਮਾਨੀ, ਅਵਰ ਜਤਨ ਕਰ ਰਹਿ ਬਹੁ ਤੇਰੇ। ਤਿਨ ਤਿਲ ਨਹੀਂ ਕੀਮਤ ਜਾਨੀ ਰਹਾ। ਅੰਮ੍ਰਿਤ ਨਾਮ ਨਿਰਮੋਲ ਹੀਰਾ, ਗੁਰ ਦੀਨੋ ਮੰਤਾਨੀ। ਡਿੱਗਾ ਨਾ ਡੋਲਾ ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ। ਓਏ ਜੋ ਬੀਚ ਹਮ ਤੁਮ ਕਛ ਹੋਤੇ, ਤਿਨ ਕੀ ਬਾਤ ਬਿਲਾਨੀ। अलंकार मिल थैली हुई हैं, ताते कनक बखानी। प्रगटे ओ जोत सहज सुख शोभा, बाजे अनहत बानी। कहो नानक नेह चल कर बाध्यो, गुर कीओ बंदानी। प्रगटे ओ जोत सहज सुख शोभा, बाजे अनहत बानी। कहो नानक नेह चल कर बाध्यो, गुर कीओ बंदानी। वाहिगुरु जी का खालसा, वाहिगुरु जी की फतेह। जपो सतनाम 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 जी। वाहिगुरु 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 जी। जपो सतनाम 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 जी। वाहिगुरु 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 जी। वाहिगुरु जी का खालसा, वाहिगुरु जी की फतेह।